ਪੰਜਾਬੀ ਭਾਸ਼ਾ ਨੂੰ ਪਿਆਰ ਕਰਨ ਵਾਲੇ ਸਰੋਤਿਆਂ ਦਾ ਤਹਿ ਦਿਲੋਂ ਧੰਨਵਾਦ। ਅੱਜ ਤੁਸੀਂ ਸੁਣੋਗੇ ਡਾਕਟਰ ਨਰਿੰਦਰ ਸਿੰਘ ਕਪੂਰ ਜੀ ਦੁਆਰਾ ਲਿਖੀ ਕਿਤਾਬ ਮਾਲਾ ਮਨ ਕੇ। ਮੂਰਖ ਪਾਣੀ ਦੀ ਗਹਿਰਾਈ ਨੂੰ ਦੋਹਾਂ ਪੈਰਾਂ ਨਾਲ ਜਾਣਨ ਦਾ ਯਤਨ ਕਰਦੇ ਹਨ। ਧਾਰਮਿਕ ਸਥਾਨ ਤੇ ਮਨੁੱਖ ਆਪਣੇ ਜਜ਼ਬਿਆਂ ਨੂੰ ਠੰਡਾ ਕਰਨ ਜਾਂਦੇ ਹਨ। ਉੱਜੜਨਾ ਅਤੇ ਉੱਜੜ ਕੇ ਫਿਰ ਵਸਣਾ ਮਨੁੱਖ ਨੂੰ ਸਿਆਣਾ, ਦਲੇਰ ਅਤੇ ਤਿੱਖਾ ਬਣਾ ਦਿੰਦਾ ਹੈ। ਜੇ ਤੁਸੀਂ ਆਪਣੀ ਉਮਰ ਭੁੱਲ ਜਾਓ ਤਾਂ ਹੁਣ ਕਿਤਨੇ ਸਾਲਾਂ ਦੇ ਹੋਣਾ ਪਸੰਦ ਕਰੋਗੇ? ਜੇ ਕੋਈ ਚੰਗਾ ਬੰਦਾ ਬੁਰਾਈ ਦੇ ਰਾਹ ਪੈ ਜਾਵੇ ਤਾਂ ਉਹ ਬੁਰੇ ਤੋਂ ਵੀ ਬੁਰਾ ਹੋ ਨਿਬੜਦਾ ਹੈ। ਕਮਜ਼ੋਰ ਸੋਚ ਵਾਲੇ ਬੰਦੇ ਅਤੀਤ ਦੇ ਗੁਣ ਗਾਉਂਦੇ ਰਹਿੰਦੇ ਹਨ। ਸੋਹਣੀ ਇਸਤਰੀ ਦੀ ਹਰ ਚੀਜ਼ ਚੋਰੀ ਕਰਨ ਯੋਗ ਹੁੰਦੀ ਹੈ। ਯੁੱਧ ਵਿੱਚ ਸਮਰਪਣ ਦੇ ਅਰਥ ਹਾਰ ਤੋਂ ਹਨ, ਪਰ ਧਰਮ ਵਿੱਚ ਸਮਰਪਣ ਦੇ ਅਰਥ ਹਾਰ ਜਿੱਤ ਤੋਂ ਉੱਪਰ ਉੱਠ ਜਾਣਦੇ ਹਨ। ਪ੍ਰਤੱਖ ਹਾਰਾਂ ਤੋਂ ਬਿਨਾਂ ਸਨਮਾਨਯੋਗ ਜਿੱਤਾਂ ਅਸੰਭਵ ਨਹੀਂ ਹੁੰਦੀਆਂ। ਕੁਦਰਤ ਦੇ ਨੇਮ ਕਿਸੇ ਨਾਲ ਕੋਈ ਰਿਆਇਤ ਨਹੀਂ ਕਰਦੇ। ਹਰੇਕ ਪਰਿਵਰਤਨ ਆਪਣੇ ਨਾਲ ਬੜੀ ਵੱਡੀ ਟੁੱਟ ਭੱਜ ਲੈ ਕੇ ਆਉਂਦਾ ਹੈ। ਗਰੀਬੀ ਝਗੜੇ ਉਪਜਾਉਂਦੀ ਹੈ ਅਤੇ ਝਗੜੇ ਗਰੀਬੀ ਉਪਜਾਉਂਦੇ ਹਨ। ਬਦੀ ਤੋਂ ਮੂੰਹ ਮੋੜਨਾ ਨੇਕੀ ਹੈ, ਨੇਕੀ ਵੱਲ ਪਿੱਠ ਕਰਨੀ ਬਦੀ ਹੈ। ਸਦੀਆਂ ਤੋਂ ਘੁੱਕ ਸੁੱਤੀਆਂ ਕੌਮਾਂ ਇੱਕ ਹੀ ਹਿਲਾਉਣੇ ਨਾਲ ਨਹੀਂ ਜਾਗਦੀਆਂ। ਇਸਤਰੀਆਂ ਸਮਾਜਿਕ ਇੰਜੀਨੀਅਰ ਹੁੰਦੀਆਂ ਹਨ। ਉਹ ਰਿਸ਼ਤਿਆਂ ਦੇ ਨਿਰਮਾਣ ਦੇ ਨਾਲ ਨਾਲ ਇਹਨਾਂ ਦੀ ਸਾਂਭ ਸੰਭਾਲ ਅਤੇ ਮੁਰੰਮਤ ਵੀ ਕਰਦੀਆਂ ਰਹਿੰਦੀਆਂ ਹਨ। ਸਹਿਮਿਆਂ ਹੋਇਆਂ ਨੂੰ ਡਰਾਉਣ ਵਿੱਚ ਕੋਈ ਸੂਰਮ ਗਤੀ ਨਹੀਂ ਹੁੰਦੀ। ਲਾਲਚੀ ਬੰਦੇ ਵਿਆਹ ਲਈ ਰਿਸ਼ਤਾ ਹੋਣ ਤੇ ਸੋਚਦੇ ਹਨ, ਜੇ ਥੋੜ੍ਹਾ ਚਿਰ ਹੋਰ ਉਡੀਕ ਲੈਂਦੇ ਤਾਂ ਰਿਸ਼ਤਾ ਹੋਰ ਅਮੀਰ ਘਰ ਵਿੱਚ ਹੋ ਜਾਣਾ ਸੀ। ਅਧਿਆਪਕ ਦਾ ਪਹਿਲਾ ਕਰਤੱਵ ਸਿਲੇਬਸ ਪੜ੍ਹਾਉਣਾ ਨਹੀਂ, ਜ਼ਿੰਦਗੀ ਦਾ ਸਲੀਕਾ ਸਿਖਾਉਣਾ ਹੁੰਦਾ ਹੈ। ਪਿਆਰ ਦੋ ਬੰਦਿਆਂ ਦੀ ਦੁਨੀਆ ਹੁੰਦੀ ਹੈ, ਜਦੋਂ ਕਿ ਵਿਆਹ ਵਿੱਚ ਸਾਰਾ ਸੰਸਾਰ ਸ਼ਾਮਲ ਹੁੰਦਾ ਹੈ। ਕੁਝ ਕੰਮ ਮਨੁੱਖ ਨੇ ਗੁਲਾਮਾਂ ਵਾਂਗ, ਕੁਝ ਕਲਾਕਾਰਾਂ ਅਤੇ ਕੁਝ ਮੂਰਖਾਂ ਵਾਂਗ ਕਰਨੇ ਹੁੰਦੇ ਹਨ। ਇਹਨਾਂ ਸਾਰਿਆਂ ਵਿੱਚ ਸੰਤੁਲਨ ਦੀ ਲੋੜ ਹੁੰਦੀ ਹੈ। ਜਿਨ੍ਹਾਂ ਦੇ ਕੋਈ ਉਸੂਲ ਨਹੀਂ ਹੁੰਦੇ, ਉਹਨਾਂ ਬਾਰੇ ਪਤਾ ਨਹੀਂ ਲੱਗਦਾ ਕਿ ਉਹ ਕਿਹੜੀ ਹਾਲਤ ਵਿੱਚ ਕੀ ਕਰਨਗੇ। ਦਰਸ਼ਕਾਂ ਨੂੰ ਟੈਲੀਵਿਜ਼ਨ ਉੱਤੇ ਚੰਗੇ ਅਤੇ ਭੈੜੇ ਦੋਵੇਂ ਪ੍ਰਕਾਰ ਦੇ ਪ੍ਰੋਗਰਾਮ ਵੇਖਣ ਦੀ ਪੂਰੀ ਖੁੱਲ੍ਹ ਹੁੰਦੀ ਹੈ, ਪਰ ਉਹ ਅਕਸਰ ਵੇਖਦੇ ਭੈੜੇ ਪ੍ਰੋਗਰਾਮ ਹਨ। ਜਿਨ੍ਹਾਂ ਢੰਗਾਂ ਨਾਲ ਲੋਕ ਭਾਰਤ ਵਿੱਚ ਅਮੀਰ ਹੁੰਦੇ ਹਨ, ਉਵੇਂ ਪੱਛਮ ਵਿੱਚ ਨਹੀਂ ਹੁੰਦੇ ਅਤੇ ਹੋ ਵੀ ਨਹੀਂ ਸਕਦੇ। ਜਿੱਥੇ ਪਤੀ ਪਤਨੀ ਕਦੇ ਵੀ ਨਹੀਂ ਬਹਿਸਦੇ, ਉੱਥੇ ਉਹ ਇੱਕ ਦੂਜੇ ਦਾ ਧਿਆਨ ਵੀ ਨਹੀਂ ਰੱਖਦੇ ਹੋਣਗੇ। ਸਾਹਿਤਕਾਰ ਜਿਸ ਸਮਾਜ ਨੂੰ ਨਿੰਦਦਾ ਹੈ, ਉਸੇ ਸਮਾਜ ਤੋਂ ਮਾਨਤਾ ਚਾਹੁੰਦਾ ਹੈ। ਵਿਗਿਆਨ ਨੇ ਮਿਲਣ ਗਿਲਣ ਅਤੇ ਗੱਲਬਾਤ ਕਰਨ ਦੇ ਸਾਧਨ ਵਧਾ ਦਿੱਤੇ ਹਨ, ਪਰ ਹਰ ਕਿਸੇ ਨੂੰ ਅੰਦਰੋਂ ਇਕੱਲਾ ਕਰ ਦਿੱਤਾ ਹੈ। ਪਰਮਾਤਮਾ ਬੜਾ ਦੂਰ ਹੈ, ਪਰ ਪਰਮਾਤਮਾ ਜਿਤਨਾ ਨੇੜੇ ਵੀ ਕੋਈ ਨਹੀਂ। ਮਹਾਂਪੁਰਸ਼ ਹਰ ਸੁੱਚੇ ਕੰਮ ਵਿੱਚ ਉੱਚੇ ਹੁੰਦੇ ਹਨ। ਕਿਸੇ ਨੂੰ ਕੀ ਦੇਣਾ ਹੈ, ਕਿਤਨਾ ਦੇਣਾ ਹੈ, ਕਦੋਂ ਦੇਣਾ ਹੈ, ਕਿਵੇਂ ਦੇਣਾ ਹੈ, ਇਹ ਫੈਸਲੇ ਪਰਮਾਤਮਾ ਨੇ ਆਪਣੇ ਕੋਲ ਰੱਖੇ ਹੋਏ ਹਨ। ਸੰਸਾਰ ਦੇ ਪ੍ਰਸਿੱਧ ਆਸ਼ਕਾਂ ਦੀ ਸੰਤਾਨ ਨਹੀਂ ਹੋਈ। ਜਵਾਨਾਂ ਦੀ ਆਲੋਚਨਾ ਕਰਕੇ ਬੁੱਢੇ ਆਪਣੇ ਫੇਫੜਿਆਂ ਦੀ ਕਸਰਤ ਕਰਦੇ ਹਨ। ਜੇ ਸਿੱਖਿਆ ਮਨੁੱਖ ਨੂੰ ਵਿਸ਼ਾਲ ਵਰਤਾਰੇ ਨਾਲ ਇਕਸੁਰ ਨਹੀਂ ਕਰਦੀ, ਤਾਂ ਉਹ ਸਿੱਖਿਆ ਨਹੀਂ, ਸੂਚਨਾ ਹੀ ਹੈ।
ਬਿਰਧ ਮਰਦਾ ਹੈ, ਅਤੀਤ ਮਰਦਾ ਹੈ, ਜਵਾਨ ਮਰਦਾ ਹੈ, ਭਵਿੱਖ ਮਰਦਾ ਹੈ। ਮਿਹਨਤ ਦਾ ਆਨੰਦ ਦੇਰ ਨਾਲ ਮਿਲਦਾ ਹੈ, ਸੁਸਤੀ ਦਾ ਸੁੱਖ ਉਸੇ ਵੇਲੇ ਮਿਲ ਜਾਂਦਾ ਹੈ। ਪਰੰਪਰਾਵਾਦੀ ਸਮਾਜਾਂ ਵਿੱਚ ਦੂਜੇ ਘਰਾਂ ਦੀ ਖਬਰ ਰੱਖਣਾ ਮੁਫਤ ਮਨ ਪਰਚਾਵਾ ਹੁੰਦਾ ਹੈ। ਜਿਨ੍ਹਾਂ ਦੇ ਕੋਈ ਉਸੂਲ ਨਹੀਂ ਹੁੰਦੇ, ਉਹਨਾਂ ਦੇ ਡਿੱਗਣ ਅਤੇ ਵਿਕਣ ਦਾ ਕੋਈ ਮਿਆਰ ਵੀ ਨਹੀਂ ਹੁੰਦਾ। ਲਗਭਗ ਸਾਰੇ ਸੰਸਾਰ ਵਿੱਚ ਦੇਸ਼ ਦੇ ਉੱਤਰੀ ਖੇਤਰ ਦੱਖਣੀ ਖੇਤਰਾਂ ਨਾਲੋਂ ਵੱਧ ਖੁਸ਼ਹਾਲ ਹੁੰਦੇ ਹਨ। ਜੇ ਵਿੱਦਿਆ ਪ੍ਰਾਪਤੀ ਦੀ ਜੱਦੋ-ਜਹਿਦ ਨਾ ਮਾਣੀ ਜਾਵੇ ਤਾਂ ਅਜਿਹਾ ਵਿਅਕਤੀ ਕਿਸੇ ਵੀ ਪ੍ਰਕਾਰ ਦੀ ਜੱਦੋ-ਜਹਿਦ ਨਹੀਂ ਕਰ ਸਕਦਾ। ਪੰਜਾਬੀ ਕੋਲ ਕੁਝ ਹੋਵੇ ਸਹੀ, ਉਹ ਮੁਸੀਬਤ ਵਿੱਚ ਫਸੇ ਬੰਦੇ ਨੂੰ ਨਾਂਹ ਨਹੀਂ ਕਰਦਾ। ਜੇ ਯਥਾਰਥਕ ਹੋ ਕੇ ਸਮਝੌਤਾ ਨਾ ਕੀਤਾ ਜਾਵੇ ਤਾਂ ਸਮਝੌਤਾ ਹੋਣ ਦੇ ਬਾਵਜੂਦ ਯਥਾਰਥ ਨਹੀਂ ਬਦਲੇਗਾ। ਵੱਡੇ ਸ਼ਹਿਰਾਂ ਵਿੱਚ ਗੱਲਾਂ ਦੇ ਉਹ ਅਰਥ ਨਹੀਂ ਕੱਢੇ ਜਾਂਦੇ ਜਿਹੜੇ ਛੋਟੇ ਕਸਬਿਆਂ ਵਿੱਚ ਕੱਢੇ ਜਾਂਦੇ ਹਨ। ਕਿਸਾਨ ਦੀ ਦਿਲਚਸਪੀ ਕਮਾਉਣ, ਖਾਣ ਪਾਉਣ, ਹੰਢਾਉਣ ਵਿੱਚ ਹੁੰਦੀ ਹੈ। ਵਪਾਰੀ ਦੀ ਦਿਲਚਸਪੀ ਕਮਾਉਣ, ਬਚਾਉਣ, ਲਾਉਣ, ਵਧਾਉਣ ਵਿੱਚ ਹੁੰਦੀ ਹੈ। ਬਚਪਨ ਵਿੱਚ ਚਾਹਿਆ ਜਾਂਦਾ ਹੈ ਕਿ ਜਲਦੀ ਵੱਡਾ ਹੋ ਜਾਵਾਂ। ਵੱਡਾ ਹੋ ਕੇ ਸਾਰਾ ਜੀਵਨ ਮਨੁੱਖ ਆਪਣੀ ਉਮਰ ਨਾਲੋਂ ਛੋਟਾ ਲੱਗਣ ਦਾ ਯਤਨ ਕਰਦਾ ਰਹਿੰਦਾ ਹੈ। ਜੇ ਦੋ ਕੰਜੂਸ ਆਪਸ ਵਿੱਚ ਮਿਲਣ ਤਾਂ ਉਹ ਇੱਕ ਦੂਜੇ ਦੀ ਕੰਜੂਸੀ ਦੀ ਕਦਰ ਕਰਦਿਆਂ ਗੱਲਾਂ ਹੀ ਕਰਦੇ ਹਨ, ਖਾਂਦੇ ਖੁਆਉਂਦੇ ਕੁਝ ਨਹੀਂ। ਉਦਾਸੀ ਵੀ ਇੱਕ ਯਾਤਰਾ ਹੈ ਜਿਸ ਵਿੱਚ ਤੁਰਿਆ ਪਹੁੰਚਿਆ ਨਹੀਂ ਜਾਂਦਾ, ਸੋਚਿਆ ਮਹਿਸੂਸਿਆ ਹੀ ਜਾਂਦਾ ਹੈ। ਚੰਗੇ ਸੱਭਿਆਚਾਰਾਂ ਵਿੱਚ ਪੁਰਾਣੀਆਂ ਰੋਹ ਰੀਤਾਂ ਅਤੇ ਪਰੰਪਰਾਵਾਂ ਤਾਂ ਹੁੰਦੀਆਂ ਹਨ, ਪਰ ਉਹਨਾਂ ਪ੍ਰਤੀ ਸੰਕੀਰਣਤਾ ਨਹੀਂ ਹੁੰਦੀ। ਸੱਭਿਆਚਾਰਕ ਰਜਾਈਆਂ ਵਿੱਚ ਬੜਾ ਨਿੱਘ ਹੁੰਦਾ ਹੈ, ਪਰ ਇਹ ਨਿੱਘ ਤਾਂ ਹੀ ਰਹਿੰਦਾ ਹੈ ਜੇ ਸਮੇਂ-ਸਮੇਂ ਇਹਨਾਂ ਦਾ ਰੂਪ ਬਦਲਦੇ ਰਹੀਏ। ਹੁਣ ਲਗਭਗ ਸਾਰੇ ਸਮਾਗਮ ਖਬਰ ਲਗਵਾਉਣ ਅਤੇ ਫੋਟੋਆਂ ਖਿਚਵਾਉਣ ਲਈ ਹੀ ਕੀਤੇ ਜਾਂਦੇ ਹਨ। ਜੇ ਸੰਕਟ ਵਿੱਚ ਪਰਿਵਾਰ ਖਿੰਡਦਾ ਨਹੀਂ ਤਾਂ ਇਹ 10 ਵਿੱਚੋਂ 9 ਹਾਲਤਾਂ ਵਿੱਚ ਇਸਤਰੀ ਕਰਕੇ ਨਹੀਂ ਖਿੰਡਦਾ। ਜਿਹੜੇ ਪੁਰਸ਼ ਪਹਿਲ ਨਹੀਂ ਕਰਦੇ, ਉਹਨਾਂ ਦੀ ਪਹਿਲ ਕਰਨ ਵਾਲੀਆਂ ਇਸਤਰੀਆਂ ਵਿੱਚ ਦਿਲਚਸਪੀ ਵੀ ਨਹੀਂ ਹੁੰਦੀ। ਰਿਸ਼ਤਾ ਲੱਭਣ ਵੇਲੇ ਪਤਾ ਲੱਗਦਾ ਹੈ ਕਿ ਚੰਗੇ, ਸਾਊ ਅਤੇ ਪੈਸੇ ਵਾਲੇ ਲੋਕਾਂ ਦੇ ਪੁੱਤਰ ਧੀਆਂ ਪਹਿਲਾਂ ਹੀ ਵਿਆਹੇ ਹੋਏ ਹਨ। ਕਿਸੇ ਨੂੰ ਜਿਤਨਾ ਅੰਦਰੋਂ ਖੋਖਲੇ ਹੋਣ ਦਾ ਅਹਿਸਾਸ ਹੋਵੇਗਾ, ਉਤਨੀਆਂ ਹੀ ਉਸ ਦੀਆਂ ਇੱਛਾਵਾਂ ਵਧੇਰੇ ਹੋਣਗੀਆਂ। ਕਿਸੇ ਦੇਸ਼ ਵਿੱਚ ਫਿਲਾਸਫੀ ਦੇ ਉਪਜਣ ਤੋਂ ਪਹਿਲਾਂ ਮਜ਼ਬੂਤ ਸੱਭਿਅਤਾ ਦਾ ਉਸਰਨਾ ਲਾਜ਼ਮੀ ਹੁੰਦਾ ਹੈ। ਹਰ ਕਿਸੇ ਨੇ ਮਰਨਾ ਹੈ, ਪਰ ਹਰ ਕੋਈ ਸੋਚਦਾ ਹੈ ਕਿ ਸ਼ਾਇਦ ਉਸ ਨੂੰ ਇਸ ਨੇਮ ਤੋਂ ਰਿਆਇਤ ਮਿਲ ਜਾਵੇ। ਕਿਸੇ ਨਾਲ ਗੁਜ਼ਾਰੇ ਚੰਗੇ ਦਿਨ ਯਾਦ ਰਹਿੰਦੇ ਹਨ, ਭੈੜੀਆਂ ਗੱਲਾਂ ਫਿੱਕੀਆਂ ਪੈ ਜਾਂਦੀਆਂ ਹਨ। ਲਗਭਗ 50 ਸਾਲ ਦੀ ਉਮਰ ਵਿੱਚ ਅਕਸਰ ਆਪਣੇ ਪੁਰਾਣੇ ਜਮਾਤੀਆਂ ਨੂੰ ਮੁੜ ਮਿਲਣ ਦੀ ਇੱਛਾ ਜਾਗਦੀ ਹੈ। ਚੰਗੇ, ਸੁਖੀ ਅਤੇ ਸ਼ਾਂਤ ਜੀਵਨ ਦਾ ਭੇਤ ਇਹ ਹੈ ਕਿ ਔਖੇ ਦਿਨਾਂ ਵਿੱਚ ਚੁੱਪ ਰਹੋ, ਸੁੱਖ ਜਲਦੀ ਮੁੜ ਆਉਣਗੇ। ਸਰਦੀ ਕੁਦਰਤ ਦਾ ਰੈਫ੍ਰਿਜਰੇਟਰ ਹੁੰਦੀ ਹੈ, ਜਿਸ ਤੋਂ ਹਰ ਕਿਸੇ ਨੂੰ ਲਾਭ ਹੁੰਦਾ ਹੈ। ਜਦੋਂ ਸਕੂਲ ਵਿੱਚ ਅਧਿਆਪਕ ਵਿਦਿਆਰਥੀ ਨੂੰ ਸਜ਼ਾ ਦਿੰਦਾ ਹੈ ਤਾਂ ਅਸਲ ਵਿੱਚ ਅਧਿਆਪਕ ਉਹ ਕੁਝ ਕਰ ਰਿਹਾ ਹੁੰਦਾ ਹੈ ਜੋ ਘਰ ਵਿੱਚ ਮਾਪਿਆਂ ਨੂੰ ਕਰਨਾ ਚਾਹੀਦਾ ਸੀ। ਵਿਆਹ ਲਈ ਜੱਦੋ-ਜਹਿਦ ਕਰਨ ਵਾਲੇ ਵਿਆਹ ਕਰਕੇ ਵਿਆਹ ਦੀਆਂ ਹੀ ਗੱਲਾਂ ਕਰਦੇ ਰਹਿੰਦੇ ਹਨ।
ਠੰਡੇ ਮੁਲਕਾਂ ਵਿੱਚ ਇਸਤਰੀਆਂ ਪੁਰਸ਼ ਦੇਰ ਨਾਲ ਜਵਾਨ ਹੁੰਦੇ ਹਨ ਅਤੇ ਦੇਰ ਨਾਲ ਹੀ ਬੁੱਢੇ ਹੁੰਦੇ ਹਨ। ਜਿੱਥੇ ਧਰਤੀ ਉਪਜਾਊ ਨਹੀਂ ਹੁੰਦੀ, ਉੱਥੇ ਕੋਈ ਸੱਭਿਆਚਾਰ ਵੀ ਨਹੀਂ ਉਪਜਦਾ। ਮੁਆਫ਼ ਕਰਨਾ ਪਰਉਪਕਾਰ ਵੀ ਹੁੰਦਾ ਹੈ ਅਤੇ ਸਵਾਰਥ ਵੀ। ਜਨਮ, ਵਿਆਹ ਅਤੇ ਮੌਤ ਜਿਹੇ ਸਧਾਰਨ ਵਰਤਾਰਿਆਂ ਨੂੰ ਮਹੱਤਵਪੂਰਨ ਬਣਾਉਣ ਵਾਸਤੇ ਇਹਨਾਂ ਨਾਲ ਰਸਮਾਂ ਰੀਤਾਂ ਜੋੜ ਦਿੱਤੀਆਂ ਜਾਂਦੀਆਂ ਹਨ। ਮਸ਼ੀਨ ਸਭ ਕੁਝ ਕਰਦੀ ਹੈ, ਪਰ ਪ੍ਰਸੰਨ ਹੋ ਕੇ ਨਹੀਂ ਕਰਦੀ। ਅਜਨਬੀ ਦਹਿਲੀਜ਼ਾਂ ਖਾਲੀ ਹੱਥਾਂ ਨਾਲ ਨਹੀਂ ਟੱਪੀਆਂ ਜਾਂਦੀਆਂ। ਰਿਸ਼ਤੇਦਾਰਾਂ ਦੇ ਘਰ ਕੁਝ ਲੈ ਕੇ ਜਾਣ ਪਿੱਛੇ ਇਹੀ ਕਾਰਨ ਹੁੰਦਾ ਹੈ। ਸਬਕ ਤੋਲੇ ਜਾਣੇ ਚਾਹੀਦੇ ਹਨ, ਗਿਣੇ ਨਹੀਂ ਜਾਣੇ ਚਾਹੀਦੇ। ਜਦੋਂ ਅਸੀਂ ਕਿਸੇ ਲੇਖਕ ਦੀ ਰਚਨਾ ਨੂੰ ਪਸੰਦ ਕਰਦੇ ਹਾਂ ਤਾਂ ਉਸ ਲੇਖਕ ਨੂੰ ਜਾਣਨ ਵੇਖਣ ਲਈ ਤਾਂਘ ਵੀ ਉਪਜਦੀ ਹੈ। ਜਦੋਂ ਤਲਾਕੀ ਇਸਤਰੀ ਦਾ ਕਿਸੇ ਤਲਾਕੇ ਪੁਰਸ਼ ਨਾਲ ਵਿਆਹ ਹੁੰਦਾ ਹੈ ਤਾਂ ਰਜਾਈ ਵਿੱਚ 4 ਬੰਦੇ ਵੜ ਜਾਂਦੇ ਹਨ। ਸਬਰ ਨਾਲ ਪੇਸ਼ ਆਉਣਾ ਚਾਹੀਦਾ ਹੈ, ਆਪਣੇ ਆਪ ਨਾਲ ਵੀ ਅਤੇ ਦੂਜਿਆਂ ਨਾਲ ਵੀ। ਆਪਣੇ ਵਿਹਾਰ ਬਾਰੇ ਸ਼ਰਮਸਾਰ ਹੋਣ ਨਾਲੋਂ ਪਛਤਾਉਣਾ ਚੰਗਾ ਹੁੰਦਾ ਹੈ। ਪ੍ਰੇਮੀ ਮਿਲ ਕੇ ਇੱਕ ਦੂਜੇ ਦੀ ਗੈਰ ਹਾਜ਼ਰੀ ਦੇ ਸਮੇਂ ਦੀਆਂ ਗੱਲਾਂ ਹੀ ਕਰਦੇ ਹਨ। ਗੁਆਚਿਆ ਬੰਦਾ ਕਿੱਥੇ ਜਾਂਦਾ ਹੈ ਪਤਾ ਨਹੀਂ ਲੱਗਦਾ, ਪਰ ਉਹ ਜਿੱਥੇ ਨਹੀਂ ਜਾਂਦਾ ਉਹ ਉਸ ਦਾ ਘਰ ਹੁੰਦਾ ਹੈ। ਬੁਢਾਪੇ ਦੀ ਸ਼ਿਕਾਇਤ ਨਹੀਂ ਕਰਨੀ ਚਾਹੀਦੀ, ਕਿਉਂਕਿ ਕਈਆਂ ਨੂੰ ਬੁੱਢੇ ਹੋਣ ਦਾ ਅਵਸਰ ਹੀ ਨਹੀਂ ਮਿਲਦਾ। ਕਈ ਸੰਭੋਗ ਨੂੰ ਇਸ ਲਈ ਕੋਸਦੇ ਹਨ ਕਿਉਂਕਿ ਇਸ ਨਾਲ ਬਿਸਤਰੇ ਦੀ ਚਾਦਰ ਵਿੱਚ ਵੱਟ ਪੈ ਜਾਂਦੇ ਹਨ। ਜਦੋਂ ਮਨ ਸ਼ਾਂਤ ਹੋ ਜਾਵੇ ਤਾਂ ਇੱਛਾਵਾਂ ਸੌ ਜਾਂਦੀਆਂ ਹਨ। ਨਿਮਰਤਾ ਨਾਲ ਅਸੀਂ ਜਿੱਤਦੇ ਹਾਂ, ਮੁਆਫ਼ ਕਰਨ ਨਾਲ ਅਸੀਂ ਫਤਿਹ ਪਾਉਂਦੇ ਹਾਂ। ਜਿਨ੍ਹਾਂ ਚੀਜ਼ਾਂ ਦੀ ਸਾਨੂੰ ਆਸ ਹੁੰਦੀ ਹੈ, ਉਹਨਾਂ ਚੀਜ਼ਾਂ ਨੂੰ ਅਸੀਂ ਝੱਟ ਪ੍ਰਵਾਨ ਕਰ ਲੈਂਦੇ ਹਾਂ। ਹਰ ਬਿਮਾਰੀ ਦੀ ਦਵਾਈ ਪਿਆਰ ਹੈ। ਜੇ ਆਰਾਮ ਨਾ ਆਵੇ ਤਾਂ ਦਵਾਈ ਦੁੱਗਣੀ ਕਰ ਦੇਣੀ ਚਾਹੀਦੀ ਹੈ। ਘਸੀਆਂ ਹੋਈਆਂ ਚੀਜ਼ਾਂ ਘਸਣ ਦੇ ਬਾਵਜੂਦ ਵਰਤੋਂ ਵਿੱਚ ਰਹਿੰਦੀਆਂ ਹਨ, ਪਰ ਜੇ ਜੰਗਾਲ ਲੱਗ ਜਾਵੇ ਤਾਂ ਇਹ ਵਰਤਣਯੋਗ ਨਹੀਂ ਰਹਿੰਦੀਆਂ। ਉਹੀ ਕੰਮ ਮੁਲਤਵੀ ਕਰਨਾ ਚਾਹੀਦਾ ਹੈ ਜਿਹੜਾ ਕਦੇ ਵੀ ਨਾ ਕਰਨਾ ਹੋਵੇ। ਦੂਜਿਆਂ ਨਾਲ ਨਿਮਰਤਾ ਨਾਲ ਪੇਸ਼ ਆਉਣਾ ਚਾਹੀਦਾ ਹੈ, ਇਸ ਲਈ ਨਹੀਂ ਕਿ ਉਹ ਸ਼ਰੀਫ ਹਨ, ਸਗੋਂ ਇਸ ਲਈ ਕਿ ਤੁਸੀਂ ਸ਼ਰੀਫ ਹੋ। ਜ਼ਰੂਰੀ ਨਹੀਂ ਕਿ ਦਿਲ ਦੇ ਰੋਗਾਂ ਦਾ ਮਾਹਿਰ ਸਫਲ ਪ੍ਰੇਮੀ ਵੀ ਹੋਵੇ। ਮੁਆਫ਼ ਕਰਨ ਨਾਲ ਮਨੁੱਖ ਪਰੇਸ਼ਾਨ ਹੋਣ ਅਤੇ ਨਫ਼ਰਤ ਕਰਨ ਤੋਂ ਬਚ ਜਾਂਦਾ ਹੈ। ਪਿਆਰ ਦਰਦ ਹੀ ਦਿੰਦਾ ਹੈ, ਪਰ ਆਪਣੇ ਪਿਆਰੇ ਵੱਲੋਂ ਦਿੱਤੇ ਹੋਣ ਕਾਰਨ ਇਹ ਦਰਦ ਵੀ ਚੰਗਾ ਲੱਗਦਾ ਹੈ। ਸ਼ਬਦਾਂ ਦੀ ਆਵਾਜ਼ ਨਾਲ ਅਸੀਂ ਸੁਣਦੇ ਹਾਂ, ਪਰ ਸਮਝਦੇ ਅਸੀਂ ਚੁੱਪ ਵਿੱਚ ਹੀ ਹਾਂ। ਰੱਬ ਦੇ ਨਾਂ ਵਿੱਚ ਹੀ ਆਨੰਦ ਹੈ, ਆਨੰਦ ਵਿੱਚ ਹੀ ਰੱਬ ਹੈ। ਜੋਸ਼ ਨਾਲ ਮਨੁੱਖ ਗਰੀਬੀ ਦੀਆਂ ਪੀੜਾਂ ਅਤੇ ਅਮੀਰੀ ਦੇ ਅਕੇਵੇਂ ਤੋਂ ਬਚ ਜਾਂਦਾ ਹੈ। ਬਹਾਦਰੀ ਆਪਣੇ ਆਪ ਵਿੱਚ ਹੀ ਇੱਕ ਗੁਣ ਨਹੀਂ ਹੁੰਦੀ, ਇਹ ਹਰੇਕ ਗੁਣ ਦਾ ਭਾਗ ਵੀ ਹੁੰਦੀ ਹੈ। ਲੋੜ ਇਸ ਗੱਲ ਦੀ ਸੀ ਕਿ ਬੰਦਾ ਸਾਊ ਵੀ ਹੁੰਦਾ ਅਤੇ ਤਾਕਤਵਰ ਵੀ, ਪਰ ਕੁਝ ਕੇਵਲ ਸਾਊ ਹੀ ਹਨ ਅਤੇ ਕੁਝ ਕੇਵਲ ਤਾਕਤਵਰ ਹੀ ਹਨ। ਵਿਸ਼ਵਾਸ ਨਾਲ ਅਸੰਭਵ ਸੰਭਵ ਹੋ ਜਾਂਦਾ ਹੈ, ਪਿਆਰ ਨਾਲ ਅਸੰਭਵ ਸੌਖਾ ਵੀ ਹੋ ਜਾਂਦਾ ਹੈ। ਉਂਝ ਬੇਇਨਸਾਫੀ ਨੂੰ ਭੁੱਲਣਾ ਮੁਸ਼ਕਿਲ ਹੁੰਦਾ ਹੈ, ਪਰ ਮੁਆਫ਼ ਕਰਨ ਨਾਲ ਇਹ ਮੁਸ਼ਕਿਲ ਵੀ ਹੱਲ ਹੋ ਜਾਂਦੀ ਹੈ।
ਸ਼ੀਸ਼ਾ ਕਹਿੰਦਾ ਹੈ ਆਪਣੀ ਸ਼ਕਲ ਤਾਂ ਵੇਖ, ਦਿਲ ਕਹਿੰਦਾ ਹੈ ਮੇਰੇ ਵਰਗਾ ਹੋਰ ਕੌਣ ਹੈ। ਸੰਸਾਰ ਵਿੱਚ ਜੋ ਵੀ ਵਿਲੱਖਣ ਹੈ ਉਹ ਇਕੱਲਾ ਹੈ। ਸ਼ਰਾਬੀ ਕੋਸ਼ਿਸ਼ ਕਰਦਾ ਹੈ ਕਿ ਉਹ ਚੰਗਾ ਸ਼ਰਾਬੀ ਬਣੇ, ਪਰ ਸ਼ਰਾਬ ਉਸ ਨੂੰ ਚੰਗਾ ਰਹਿਣ ਨਹੀਂ ਦਿੰਦੀ। ਕਿਰਾਏ ਦੇ ਮਕਾਨ ਵਿੱਚ ਰਹਿਣ ਵਾਲੇ ਅਕਸਰ ਕਿਰਾਏ ਦਾ ਪ੍ਰਬੰਧ ਕਰਨ ਵਿੱਚ ਹੀ ਰੁੱਝੇ ਰਹਿੰਦੇ ਹਨ। ਆਪਣੇ ਆਪ ਵਰਗਾ ਹੋਣ ਵਿੱਚ ਜੋ ਆਨੰਦ ਹੈ ਉਸ ਦੀ ਕੋਈ ਰੀਸ ਨਹੀਂ ਹੁੰਦੀ। ਸੱਪ ਦਾ ਜ਼ਹਿਰ ਉਤਾਰਨ ਵਾਲੇ ਕੁਝ ਮੰਤਰ ਹਨ, ਪਰ ਆਦਮੀ ਦਾ ਜ਼ਹਿਰ ਕਿਸੇ ਮੰਤਰ ਨਾਲ ਵੀ ਨਹੀਂ ਉਤਰਦਾ। ਚੰਗਾ ਸ਼ਾਇਰ ਮੁਹੱਬਤ ਬਾਰੇ ਲਿਖਣ ਤੋਂ ਪਹਿਲਾਂ ਮੁਹੱਬਤ ਕਰਦਾ ਹੈ। ਜ਼ਮਾਨੇ ਨੂੰ ਸਿਧਾਂਤ ਨਹੀਂ ਬਦਲਦੇ, ਸ਼ਖਸੀਅਤਾਂ ਬਦਲਦੀਆਂ ਹਨ। ਸੱਪ ਖਜ਼ਾਨੇ ਤੇ ਹੀ ਕੁੰਡਲੀ ਮਾਰਦਾ ਹੈ, ਪਰ ਮਨੁੱਖ ਕੁਝ ਸਿੱਕਿਆਂ ਲਈ ਹੀ ਸੱਪ ਬਣ ਜਾਂਦਾ ਹੈ। ਆਪਣਾ ਚਿਹਰਾ ਹਰ ਕਿਸੇ ਨੂੰ ਚੰਗਾ ਲੱਗਦਾ ਹੈ, ਪਰ ਜੇ ਇਹ ਕਿਸੇ ਹੋਰ ਨੂੰ ਵੀ ਚੰਗਾ ਲੱਗਣ ਲੱਗ ਪਵੇ ਤਾਂ ਇਹ ਆਪਣੇ ਆਪ ਨੂੰ ਵੀ ਹੋਰ ਚੰਗਾ ਲੱਗਣ ਲੱਗ ਪੈਂਦਾ ਹੈ। ਆਪਣੇ ਦਿਲ ਵਿੱਚ ਜੇ ਆਲ੍ਹਣਾ ਬਣਾਈਏ ਤਾਂ ਕੋਈ ਨਾ ਕੋਈ ਪੰਛੀ ਅਵੱਸ਼ ਆਵੇਗਾ। ਜਿਸ ਨਾਲ ਤਲਾਕ ਹੋ ਜਾਵੇ ਉਸ ਦਾ ਸਭ ਕੁਝ ਹਾਸੋਹੀਣਾ ਲੱਗਣ ਲੱਗ ਪੈਂਦਾ ਹੈ। ਅਜੋਕੇ ਯੁੱਗ ਵਿੱਚ ਫਜ਼ੂਲ ਅਤੇ ਨਿਕੰਮੀਆਂ ਚੀਜ਼ਾਂ ਸਾਡੀਆਂ ਲੋੜਾਂ ਬਣ ਗਈਆਂ ਹਨ। ਸੰਸਾਰ ਕੋਲ ਨਰਕ ਸਵਰਗ ਹੈ, ਭਾਰਤ ਕੋਲ ਮੁਕਤੀ ਹੈ। ਸੰਸਾਰ ਦੁੱਖ ਸੁੱਖ ਦੀ ਗੱਲ ਕਰਦਾ ਹੈ, ਭਾਰਤ ਕੋਲ ਆਨੰਦ ਹੈ। ਸੰਸਾਰ ਸਰੀਰ ਬੁੱਧੀ ਬਾਰੇ ਸੋਚਦਾ ਹੈ, ਭਾਰਤ ਕੋਲ ਆਤਮਾ ਹੈ। ਭਾਰਤ ਦਾ ਮਹੱਤਵ ਤੀਜੇ ਸੰਕਲਪ ਕਾਰਨ ਹੈ। ਮਨੁੱਖ ਆਪਣੀ ਆਮਦਨ ਦਾ ਲਗਭਗ ਤੀਜਾ ਹਿੱਸਾ ਦਿਖਾਵੇ ਤੇ ਖਰਚਦਾ ਹੈ। ਚੰਗੇ ਫੈਸਲੇ ਕਰਨ ਵਿੱਚ ਹਮੇਸ਼ਾ ਦੇਰ ਹੋ ਜਾਂਦੀ ਹੈ, ਭੈੜੇ ਫੈਸਲੇ ਜਲਦੀ ਹੋ ਜਾਂਦੇ ਹਨ। ਦੋਸਤੀ ਮੁੱਕਣ ਉੱਤੇ ਕਿਸੇ ਦੀ ਨਿੰਦਾ ਉਸਤਤ ਦਾ ਕੋਈ ਅਰਥ ਨਹੀਂ ਰਹਿੰਦਾ। ਲਾਸ਼ ਉੱਤੇ ਕਫਨ ਸਧਾਰਨ ਚਾਦਰ ਹੋਵੇ ਜਾਂ ਜਰੀ ਵਾਲੀ ਸ਼ਾਲ, ਕੋਈ ਫਰਕ ਨਹੀਂ ਪੈਂਦਾ। ਜਦੋਂ ਜ਼ਿੰਦਗੀ ਵਿੱਚੋਂ ਕੋਈ ਪਿਆਰਾ ਨਿਕਲ ਜਾਂਦਾ ਹੈ ਤਾਂ ਲੱਗਦਾ ਹੈ ਜਿਵੇਂ ਸ਼ਬਦਾਂ ਵਿੱਚੋਂ ਅਰਥ ਵੀ ਨਿਕਲ ਗਏ ਹੋਣ। ਅਨੇਕਾਂ ਬੰਦੇ ਭੁਲੇਖਾ ਦੋਸਤ ਹੋਣ ਦਾ ਪਾ ਕੇ ਦੁਸ਼ਮਣ ਸਾਬਤ ਹੁੰਦੇ ਹਨ। ਸੱਚੀ ਅਰਦਾਸ ਨੂੰ ਸ਼ਬਦਾਂ ਦਾ ਜਾਮਾ ਪਹਿਨਾਉਣ ਦੀ ਲੋੜ ਨਹੀਂ ਪੈਂਦੀ। ਸੂਰਜ ਚੜ੍ਹਨ ਨਾਲ ਤਾਰੇ ਮਰ ਨਹੀਂ ਜਾਂਦੇ। ਅਜੋਕੇ ਧਾਰਮਿਕ ਆਗੂ ਨਿਮਰਤਾ ਵੀ ਆਕੜ ਕੇ ਪ੍ਰਗਟਾਉਂਦੇ ਹਨ। ਆਪਣੀਆਂ ਮੁਸੀਬਤਾਂ ਦਾ ਕਾਰਨ ਅਕਸਰ ਅਸੀਂ ਆਪ ਹੀ ਹੁੰਦੇ ਹਾਂ। ਭਾਰਤ ਦਾ ਗਿਆਨ ਕਾਲ ਮੁਕਤ ਹੈ। ਕਾਲ ਮੁਕਤ ਹੋਣ ਕਰਕੇ ਹੀ ਇਹ ਮਹਾਨ ਹੈ। ਵਿਸ਼ਾਲ ਦੁਨੀਆ ਵਿੱਚ ਆਪਣਿਆਂ ਦੇ ਥੋੜ੍ਹੇ ਹੋਣ ਦਾ ਕੋਈ ਗਿਲਾ ਨਹੀਂ ਹੁੰਦਾ, ਪਰ ਦਿਲ ਚਾਹੁੰਦਾ ਹੈ ਕਿ ਉਹ ਆਪਣੇ ਬਣੇ ਰਹਿਣ। ਯਥਾਰਥ ਦੇ ਅਨੇਕਾਂ ਇਤਿਹਾਸ ਹਨ, ਸੁਪਨਿਆਂ ਦਾ ਇੱਕ ਵੀ ਇਤਿਹਾਸ ਨਹੀਂ ਲਿਖਿਆ ਗਿਆ। ਹਰ ਤਿਉਹਾਰ ਨਾਲ ਇੱਕ ਕਹਾਣੀ ਜੁੜੀ ਹੁੰਦੀ ਹੈ, ਜਿਸ ਨੂੰ ਜਾਣਨ ਨਾਲ ਤਿਉਹਾਰ ਦੀ ਰੌਣਕ ਅਤੇ ਤਸੱਲੀ ਵੱਧ ਜਾਂਦੀ ਹੈ। ਪੁਰਸ਼ਾਂ ਦੀ ਦਿਲਚਸਪੀ ਨੇਮਾਂ ਅਤੇ ਕਾਨੂੰਨਾਂ ਵਿੱਚ ਹੁੰਦੀ ਹੈ, ਇਸਤਰੀਆਂ ਦੀ ਰਸਮਾਂ ਅਤੇ ਰਿਵਾਜਾਂ ਵਿੱਚ। ਕ੍ਰਿਸ਼ਨ ਭਾਰਤ ਦੇ ਸਮੁੱਚੇ ਚਿੰਤਨ ਦਾ ਸਾਗਰ ਹੈ। ਵਿਆਹ ਦੀ ਖੁਸ਼ੀ ਰਹਿੰਦੀ ਉਮਰ ਨਾਲੋਂ ਛੋਟੀ ਨਹੀਂ ਹੋਣੀ ਚਾਹੀਦੀ। ਕਿਸੇ ਵੱਲੋਂ ਆਪਣੀ ਕਾਬਲੀਅਤ ਨੂੰ ਬਰਬਾਦ ਕਰਨਾ ਹਰ ਕਿਸੇ ਨੂੰ ਉਦਾਸ ਕਰਦਾ ਹੈ। ਜੇ ਚੰਗੇ ਵਿਚਾਰਾਂ ਨੂੰ ਅਪਣਾਉਣਾ ਨਹੀਂ ਤਾਂ ਉਹਨਾਂ ਦੇ ਹੋਣ ਜਾਂ ਨਾ ਹੋਣ ਦਾ ਕੋਈ ਫਰਕ ਨਹੀਂ ਹੋਣਾ। ਭਾਰਤੀ ਸੱਭਿਅਤਾ ਨੇ 3 ਨਾਇਕ ਸਿਰਜੇ ਹਨ, ਸੰਤ, ਯੋਧਾ ਅਤੇ ਪ੍ਰੇਮੀ। ਕ੍ਰਿਸ਼ਨ ਇਹਨਾਂ ਤਿੰਨਾਂ ਦਾ ਸੁਮੇਲ ਹੈ। ਪਿਆਰ ਵਿੱਚ ਪ੍ਰਸ਼ਨ ਨਾ ਪੁੱਛੋ, ਪਿਆਰ ਕਰੋ, ਇਸ ਨਾਲ ਹੀ ਸਾਰੇ ਪ੍ਰਸ਼ਨਾਂ ਦੇ ਉੱਤਰ ਮਿਲ ਜਾਣਗੇ।
ਸੁਪਨੇ ਵਾਂਗ ਪਿਆਰ ਵਿੱਚ ਵੀ ਕੁਝ ਵੀ ਅਸੰਭਵ ਨਹੀਂ ਹੁੰਦਾ। ਜੋ ਸਾਰੇ ਜਾਣਦੇ ਹੁੰਦੇ ਹਨ ਉਹ ਗਿਆਨ ਨਹੀਂ ਹੁੰਦਾ, ਸੂਚਨਾ ਹੁੰਦੀ ਹੈ। ਮਨੁੱਖੀ ਸੋਚ ਸੁਭਾਵਕ ਹੀ ਹਾਂ ਪੱਖੀ ਹੈ। ਮਨੁੱਖ ਨੂੰ ਵਿਸ਼ਵਾਸ ਕਰਨ ਨਾਲ ਆਨੰਦ ਮਿਲਦਾ ਹੈ ਅਤੇ ਵਿਸ਼ਵਾਸ ਵਿੱਚ ਆਪਣੇ ਨਾਲ ਇਨਸਾਫ ਹੋਣ ਦਾ ਭਰੋਸਾ ਹੁੰਦਾ ਹੈ। ਸੰਸਾਰ ਦੀਆਂ ਵਚਿੱਤਰ ਚੀਜ਼ਾਂ ਸਾਨੂੰ ਹੈਰਾਨ ਨਹੀਂ ਕਰਦੀਆਂ, ਅਸੀਂ ਉਹਨਾਂ ਨੂੰ ਵੇਖਦੇ ਹੀ ਹੈਰਾਨੀ ਨਾਲ ਹਾਂ। ਮਨੁੱਖ ਨਿਰੰਤਰ ਸੰਘਰਸ਼ ਕਾਰਨ ਮਹਾਨ ਬਣਿਆ ਹੈ। ਨਿਰੰਤਰ ਆਲਸ ਮਨੁੱਖ ਦਾ ਪਤਨ ਸਾਬਤ ਹੋਵੇਗਾ। ਅਸੰਭਵ ਲਈ ਯਤਨ ਕਰਕੇ ਅਸੀਂ ਸੰਭਵ ਦੀ ਸਿਖਰ ਤੇ ਪਹੁੰਚ ਜਾਂਦੇ ਹਾਂ। ਚੰਗੇ ਵਿਚਾਰਾਂ ਨੂੰ ਲਿਖ ਲਵੋ, ਨਹੀਂ ਤਾਂ ਇਹ ਛਤਰੀਆਂ, ਚਾਬੀਆਂ, ਰੁਮਾਲਾਂ ਅਤੇ ਐਨਕਾਂ ਵਾਂਗ ਗੁਆਚ ਜਾਣਗੇ। ਹਰ ਵੇਲੇ ਕੰਮ ਕਰਨ ਵਾਲਾ ਬੰਦਾ ਬੜਾ ਅਕਾਊ ਹੁੰਦਾ ਹੈ। ਹਰ ਸੁੰਦਰ ਇਸਤਰੀ ਪਿੱਛੇ ਉਸਨੂੰ ਪਿਆਰ ਕਰਨ ਵਿੱਚ ਅਸਫਲ ਹੋਏ ਪੁਰਸ਼ਾਂ ਦੀ ਭੀੜ ਹੁੰਦੀ ਹੈ। ਫੈਸਲਾ ਨਾ ਕਰਨਾ ਵੀ ਇੱਕ ਫੈਸਲਾ ਹੁੰਦਾ ਹੈ। ਜਦੋਂ ਤੱਕ ਤੁਸੀਂ ਚਾਹੇ ਅਨੁਸਾਰ ਸਫਲ ਨਹੀਂ ਹੁੰਦੇ, ਆਪਣੀ ਅਸਫਲਤਾ ਦੇ ਸਾਰੇ ਸਬੂਤ ਮਿਟਾਉਂਦੇ ਜਾਓ। ਘਮੰਡੀ ਉਹ ਹੈ ਜਿਹੜਾ ਸੁੰਦਰ ਇਸਤਰੀ ਦੀ ਹਾਜ਼ਰੀ ਵਿੱਚ ਸੁੰਦਰਤਾ ਤੋਂ ਪ੍ਰਭਾਵਿਤ ਨਾ ਹੋਵੇ। ਪਰਿਵਰਤਨ ਦਾ ਵਿਰੋਧ ਕਰਨ ਵਾਲੇ ਸੰਸਾਰ ਦੇ ਬਦਲਣ ਵਿੱਚ ਦੇਰੀ ਤਾਂ ਕਰ ਸਕਦੇ ਹਨ, ਪਰ ਪਰਿਵਰਤਨ ਨੂੰ ਰੋਕ ਨਹੀਂ ਸਕਦੇ। ਕਾਮਯਾਬ ਅਫਸਰ ਜਾਂ ਅਧਿਕਾਰੀ ਉਹ ਹੁੰਦਾ ਹੈ ਜਿਸ ਦੇ ਅਧੀਨ ਕਰਮਚਾਰੀ ਮਿਹਨਤੀ ਹੁੰਦੇ ਹਨ। ਦੁਕਾਨ ਵਿੱਚ ਪਈ ਚੀਜ਼ ਦੀ ਚਮਕ ਗਾਹਕ ਨੂੰ ਕਹਿੰਦੀ ਹੈ, ਮੈਨੂੰ ਲੈ ਜਾਓ। ਜੇ ਹਰ ਚੀਜ਼ ਕਿਸਮਤ ਤੇ ਛੱਡੀ ਜਾਵੇ ਤਾਂ ਕਿਸਮਤ ਕੁਝ ਵੀ ਨਹੀਂ ਛੱਡਦੀ। ਜੇ ਮੀਟਿੰਗ ਵਿੱਚ ਇੱਕ ਚੁੱਪ ਰਹੇ ਅਤੇ ਬਾਕੀ ਸਾਰੇ ਬੋਲੀ ਜਾਣ ਤਾਂ ਗੱਲ ਚੁੱਪ ਰਹਿਣ ਵਾਲੇ ਦੀ ਮੰਨੀ ਜਾਵੇਗੀ। ਅਨੇਕਾਂ ਇਸ ਕਰਕੇ ਨਫ਼ਰਤ ਨੂੰ ਚਿਮੜੇ ਰਹਿੰਦੇ ਹਨ ਕਿ ਜੇ ਨਫ਼ਰਤ ਤਿਆਗ ਦਿੱਤੀ ਤਾਂ ਸਾੜਾ ਕਰਨਾ ਪਵੇਗਾ। ਕਿਸੇ ਵਿਚਾਰ ਨੂੰ ਜਾਣਨਾ ਅਤੇ ਕਿਸੇ ਵਿਚਾਰ ਨੂੰ ਸਮਝਣਾ ਦੋ ਵੱਖਰੀਆਂ ਗੱਲਾਂ ਹੁੰਦੀਆਂ ਹਨ। ਕੀ ਹਾਲ ਚਾਲ ਹੈ, ਇਹ ਪ੍ਰਸ਼ਨ ਨਹੀਂ, ਸ਼ੁਭ ਇੱਛਾ ਦਾ ਪ੍ਰਗਟਾਵਾ ਹੁੰਦਾ ਹੈ। 2 ਵਾਰੀ ਸੋਚੋ, 1 ਵਾਰੀ ਬੋਲੋ, ਕੁਝ ਵੀ ਬੋਲਣ ਦਾ ਪਛਤਾਵਾ ਨਹੀਂ ਹੋਵੇਗਾ। ਸਣਕੀਪੁਣਾ ਜਵਾਨੀ ਦੇ ਮੁੱਕ ਜਾਣ ਦਾ ਐਲਾਨ ਹੁੰਦਾ ਹੈ। ਦੁਲਹਨ ਦੀ ਸੁੰਦਰਤਾ ਉਸਦੇ ਨੈਣ ਨਕਸ਼ਾਂ ਵਿੱਚੋਂ ਨਹੀਂ, ਉਸਦੀ ਪ੍ਰਸੰਨਤਾ ਵਿੱਚੋਂ ਝਲਕਦੀ ਹੈ। ਪਤਨਾਲੇ ਵਿੱਚੋਂ ਲੰਘਦੇ ਮੀਂਹ ਦੇ ਪਾਣੀ ਦੇ ਸ਼ੋਰ ਤੋਂ ਇੰਝ ਲੱਗਦਾ ਹੈ ਜਿਵੇਂ ਪਤਨਾਲਾ ਗਰਾਰੇ ਕਰ ਰਿਹਾ ਹੋਵੇ। ਚੈਨਲ ਨੂੰ ਸਬਸਕ੍ਰਾਈਬ ਕਰਨ ਲਈ ਤੁਹਾਡਾ ਧੰਨਵਾਦ। ਤੁਹਾਡਾ ਦਿਨ ਸ਼ੁਭ ਰਹੇ।